ਰੋਜ਼ਾਨਾ ਲੋਕਨਾਟ ਟੀਵੀ ਦਾ ਸਪੈਸ਼ਲ ਪ੍ਰੋਗਰਾਮ ਲੁਕਵਾਂ ਸੱਚ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਲਖਵਿੰਦਰ ਸਿੰਘ ਮਾਨ ਲੈ ਕੇ ਹਾਜ਼ਰ ਹਾਂ ਪੰਜਾਬ ਦੀ ਰਾਜਨੀਤੀ ਦੀਆਂ ਕੁਝ ਵੱਡੀਆਂ ਤੇ ਅਹਿਮ ਖਬਰਾਂ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕੀਤੀ ਜਾਏਗੀ ਬੇਅਦਬੀ ਮਾਮਲੇ ਦੀ, ਬਰਗਾੜੀ ਗੋਲੀकांड ਦੀ, ਕੋਟਕਪੂਰਾ ਗੋਲੀकांड ਦੀ। ਤੇ ਕਿਉਂਕਿ ਅੱਜ ਸੁਮੇਧ ਸਿੰਘ ਸੈਣੀ SIT ਦੇ ਸਾਹਮਣੇ ਪੇਸ਼ ਹੋਏ ਨੇ, लम्मी उन्होंने तो पुछगिछ चली है। पुछगिछ के विच किस तरह के सवाल जवाब हुए ने ते इस जांच तो बाद, इस पुछगिछ तो बाद हुण अगला निशाना किस वल जाएगा SIT का, इस बारे विस्तार दे नाल चर्चा करांगे PGI चंडीगढ़ की, जिन्हां दे वल्लों PGI प्रशासन के वल्लों एक बड़ा झटका आम आदमी पार्टी की सरकार नूं दिता गया है। किस तरह का झटका PGI के वल्लों दिता गया है उस बारे विस्तार के नाल चर्चा करांगे। नाल ही नाल चर्चा करांगे भगवंत मान के अपने ही विधायकों के खिलाफ एक सख्त एक्शन की। तलब किया गया चंडीगढ़ अपने सारे ही विधायकों नूं, किस मामले दे विच तलब किया गया है ते किन्ना मामलों के उपर चर्चा की गई है कि विधायकों के नाल, उस बारे विस्तार के नाल चर्चा करांगे। चर्चा करने के लिए मेरे नाल जुड़े हुए हैं प्रोफैसर मनजीत अणखी जी। सब तो पहला स्वागत करते हैं अणखी जी, स्वागत है लुकमा सच दे विच। बहुत बहुत शुक्रिया लखविंदर जी। अणखी सर, शुरुआत करिए अज के इस प्रोग्राम की सब तो अहम खबर के नाल, बेअदबी मामले के नाल, क्योंकि 2 बार सिट वालों बुलाए जाने तो बाद सुमेध सिंह सैनी पेश नहीं हुए सी। हुण तीसरी बार जो सिट वालों बुलाया गया तो वो पेश हुए सी, भावें कि अद्धा घंटा लेट पेश हुए ने, लेकिन अज वो सिट के सामने पेश हुए तो तकरीबन 4 घंटे उन्होंने नाल पुछगिछ की गई है SIT के वलों। किवें देख रहे हो, किहड़े सवाल जवाब किए गए होंगे, किस तरह के जवाब सुमेध सिंह सैनी वलों आए होंगे ते हुण इस पुछगिछ तो बाद अगला निशाना, अगला टारगेट किस दे उपर हो सकता सिट का? लखविंदर जी, ਜਦੋਂ ਦਾ ਸੁਮੇਧ ਸਿੰਘ ਸੈਣੀ ਆਪਣੇ ਪੁਲਿਸ ਸਰਵਿਸਿਜ਼ ਦੇ ਵਿੱਚ ਆਏ ਨੇ, ਉਦੋਂ ਤੋਂ ਲੈ ਕੇ ਹੁਣ ਤੱਕ ਉਹ ਹਮੇਸ਼ਾ ਵਾਦ ਵਿਵਾਦਾਂ ਦਾ ਕੇਂਦਰ ਰਹੇ ਨੇ। ਚਾਹੇ ਉਹਨਾਂ ਦਾ ਕਾਰਜਕਾਲ ਬਤੌਰ SSP ਹੋਵੇ, ਚਾਹੇ ਇਹ ਖਾੜਕੂਵਾਦ ਦੇ ਸਮੇਂ ਦੇ ਵਿੱਚ ਉਹਨਾਂ ਵੱਲੋਂ ਨਿਭਾਈ ਗਈ ਭੂਮਿਕਾ ਹੋਵੇ, ਉਹ ਹਮੇਸ਼ਾ ਚਰਚਾਵਾਂ 'ਚ ਰਹੇ ਨੇ ਤੇ ਹਮੇਸ਼ਾ ਲੋਕਾਂ ਦੇ ਨਿਸ਼ਾਨੇ ਦੇ ਉੱਤੇ ਰਹੇ ਨੇ। ਕਿਉਂਕਿ ਉਹਨਾਂ ਦਾ ਜਿੰਨਾ ਵੀ ਕਾਰਜਕਾਲ ਬਤੌਰ DGP ਲਾ ਲਓ, ਉਸ ਤੋਂ ਪਹਿਲਾਂ ਬਤੌਰ SSP ਲਾ ਲਓ, ਵਿਜੀਲੈਂਸ ਦੇ ਮੁਖੀ ਲੈ ਲਓ, ਹਮੇਸ਼ਾ ਵਿਵਾਦਾਂ ਦਾ ਵਿਸ਼ਾ ਰਿਹਾ, ਜਿਸ ਕਾਰਨ ਪੰਜਾਬ ਦੇ ਲੋਕਾਂ ਦੀ ਇੱਕ ਖਾਸ ਤਰ੍ਹਾਂ ਦੀ ਉਹ ਨਫ਼ਰਤ ਦਾ ਸ਼ਿਕਾਰ ਬਣਦੇ ਰਹੇ ਨੇ। ਪਰ ਬੜੀ ਹੈਰਾਨਗੀ ਦੀ ਗੱਲ ਆ ਕਿ ਉਹ ਪੰਥਕ ਪਾਰਟੀ ਜਿਹੜੀ ਹਮੇਸ਼ਾ ਸਿੱਖ ਹਿੱਤਾਂ ਦੀ ਗੱਲ ਕਰਦੀ ਹੈ, ਪੰਥਕ ਮੁੱਦਿਆਂ ਦੀ ਗੱਲ ਕਰਦੀ ਹੈ, ਉਹਨਾਂ ਨੇ ਆਪਣੇ ਕਾਰਜਕਾਲ ਦੌਰਾਨ ਸੁਮੇਧ ਸਿੰਘ ਸੈਣੀ ਨੂੰ ਇੱਕ ਅਜਿਹਾ ਹੀਰੋ ਦੇ ਰੂਪ 'ਚ ਪੇਸ਼ ਕੀਤਾ ਕਿ ਜਿਹੜਾ ਉਸ ਤੋਂ ਬਾਅਦ ਕੋਈ ਸ਼ਾਇਦ ਕਾਬਲ ਅਫਸਰ ਹੈ ਹੀ ਨਹੀਂ। ਤੇ ਹਮੇਸ਼ਾ ਉਹ ਬਲੂ ਆਈਡ ਬਾਦਲ ਸਾਹਿਬ ਦਾ, ਵੱਡੇ ਬਾਦਲ ਸਾਹਿਬ ਦਾ, ਸੁਖਬੀਰ ਸਿੰਘ ਬਾਦਲ ਦਾ ਉਹ ਬਲੂ ਆਈਡ ਬੁਆਏ ਰਿਹਾ। ਤਾਂ ਸੁਮੇਧ ਸਿੰਘ ਸੈਣੀ ਦੇ ਨਾਲ ਇਸ ਤਰੀਕੇ ਨਾਲ ਜਿਹੜੇ ਵਾਦ ਵਿਵਾਦ ਹਮੇਸ਼ਾ ਜੁੜਦੇ ਰਹੇ, ਪਰ ਉਹਨੂੰ ਇਹ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਹਮੇਸ਼ਾ ਬਚਾਉਂਦੀ ਰਹੀ। ਤੇ ਅੱਜ ਜਿਹੜਾ ਤੁਸੀਂ ਪ੍ਰਸ਼ਨ ਮੈਨੂੰ ਕਰ ਰਹੇ ਜੇ ਕਿ ਅੱਜ ਉਹਨਾਂ ਨੂੰ SIT ਦੇ ਅੱਗੇ ਪੇਸ਼ ਹੋਣਾ ਸੀ, SIT ਦੇ ਸਾਹਮਣੇ ਕਿਉਂ ਪੇਸ਼ ਹੋਣਾ ਸਾਡੇ ਦਰਸ਼ਕ ਜਾਣਦੇ ਹੀ ਆ, ਪਰ ਫਿਰ ਵੀ ਆਪਾਂ ਥੋੜੀ ਜਿਹੀ ਜਾਣਕਾਰੀ ਦੱਸ ਦਈਏ ਜੀ। ਬਿਲਕੁਲ, ਕਿ ਜਦੋਂ ਪੰਜਾਬ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਹੁੰਦੀਆਂ ਨੇ ਤਾਂ ਉਸ ਬੇਅਦਬੀਆਂ ਦੇ ਵਿਰੋਧ ਦੇ ਵਿੱਚ ਬਾਈਬਲ ਕਰਾਂ ਕੋਟਕਪੂਰਾ ਵਿੱਚ ਜਿਹੜਾ ਸਿੱਖ ਸੰਗਤਾਂ ਵੱਲੋਂ ਜਿਹੜਾ ਸੀ ਉਸ ਵਕਤ ਇੱਕ ਧਰਨਾ ਪ੍ਰਦਰਸ਼ਨ, ਸ਼ਾਂਤਮਈ ਜਿਹੜਾ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ। ਤਾਂ ਉਸ ਸ਼ਾਂਤਮਈ ਧਰਨੇ ਨੂੰ ਉਠਾਉਣ ਵਾਸਤੇ ਉਸ ਵਕਤ ਪੁਲਿਸ ਨੇ, ਜਿਹੜੇ ਉਸ ਵਕਤ DGP ਜਿਹੜੇ ਸੁਮੇਧ ਸਿੰਘ ਸੈਣੀ ਸਨ, ਤਾਂ ਡਿਪਟੀ ਜਿਹੜੇ ਆਪਾਂ ਮੁੱਖ ਮੰਤਰੀ ਜਿਹੜੇ ਸਨ ਉਹ ਸੁਖਬੀਰ ਸਿੰਘ ਬਾਦਲ, ਗ੍ਰਹਿ ਮੰਤਰੀ ਵੀ ਉਹ ਸਨ। ਤਾਂ ਉਹ ਜਿਹੜੀ ਸਥਿਤੀ ਹੈ ਉਸ ਸਮੇਂ ਦੀ ਕਿ ਉਸ ਵੇਲੇ ਜਿਹੜੇ ਸ਼ਾਂਤਮਈ ਧਰਨਾ ਦੇ ਰਹੇ ਪ੍ਰਦਰਸ਼ਨਕਾਰੀ ਸਨ ਉਹਨਾਂ ਤੇ ਪੁਲਿਸ ਨੇ ਜਿਹੜੀਆਂ ਗੋਲੀਆਂ ਚਲਾਈਆਂ। ਜਿਸ ਤਰੀਕੇ ਨਾਲ ਬਹੁਤ ਚਰਚਾਵਾਂ ਹੁੰਦੀਆਂ ਰਹੀਆਂ ਨੇ ਕਿ ਉਹ ਗੋਲੀ ਚਲਾਈਆਂ ਗਈਆਂ ਜਿਹਦੇ ਵਿੱਚ ਕ੍ਰਿਸ਼ਨ ਭਗਵਾਨ ਸਿੰਘ ਤੇ ਇੱਕ ਵਿਅਕਤੀ ਜਿਹੜੇ ਨੇ ਉਹ ਹੋਰ ਜਿਹੜੇ ਉਹ ਮਾਰੇ ਜਾਂਦੇ ਨੇ। ਤਾਂ ਅਜੇ ਤੱਕ ਉਹ ਲੋਕ ਉਸ ਇਨਸਾਫ ਦੀ ਜਿਹੜੀ ਮੰਗ ਕਰ ਰਹੇ ਆ ਤੇ ਇਹ ਲੋਕਾਂ ਦੀ ਮੰਗ ਆ। ਹੁਣ ਵੀ ਬਰਗਾੜੀ ਮੋਰਚਾ ਜਿਹੜਾ ਚੱਲਦਾ ਪਿਆ, ਹਮੇਸ਼ਾ ਲੋਕਾਂ ਨੇ ਇਹ ਗੱਲ ਕਹੀ ਆ ਕਿ ਉਸ ਗੋਲੀ ਕਾਂਡ ਨਾਲ ਸੰਬੰਧਿਤ ਦੋਸ਼ੀਆਂ ਨੂੰ ਸਖਤ ਤੋਂ ਸਖਤ ਜਿਹੜੀਆਂ ਸਜ਼ਾਵਾਂ ਦਿੱਤੀਆਂ ਜਾਣ। ਤੇ
ਕਿਹਨਾਂ ਵਿਅਕਤੀਆਂ ਦੇ ਇਸ਼ਾਰੇ ਤੇ, ਕਿਹੜੇ ਵਿਅਕਤੀਆਂ ਦੇ ਕਹਿਣ ਤੇ ਜਿਹੜੀ ਗੋਲੀ ਚਲਾਈ ਗਈ, ਇਹਦਾ ਸਭ ਕੁਝ ਤਾਂ ਪਤਾ ਲੱਗੇ। ਤਾਂ ਇਹਦੇ ਵਾਸਤੇ ਕੈਪਟਨ ਅਮਰਿੰਦਰ ਸਿੰਘ ਨੇ ਵੀ SIT ਜਿਹੜੀ ਬਣਾਈ, ਕਵਰ ਵਿਜੇ ਪ੍ਰਤਾਪ ਸਿੰਘ ਵਾਲੀ, ਉਸਨੇ ਵੀ ਜਾਂਚ ਕੀਤੀ। ਬਹੁਤ ਕੁਝ ਬੀਤੇ ਦੌਰ 'ਚ ਇਸ ਮੁੱਦੇ ਤੇ ਸਾਰੀਆਂ ਰਾਜਨੀਤਿਕ ਪਾਰਟੀਆਂ ਨੇ ਰਾਜਨੀਤੀ ਕੀਤੀ ਵੀ, ਬਹੁਤ ਕੁਝ ਕੀਤਾ, ਪਰ ਜਿਹੜੇ ਅਸਲ ਦੋਸ਼ੀ ਸੀ ਉਹ ਸਾਹਮਣੇ ਜਿਹੜੇ ਨੇ ਅੱਜ ਤੱਕ ਨਹੀਂ ਆ ਸਕੇ। ਹਮੇਸ਼ਾ ਜਿਹੜੇ ਦੋਸ਼ੀ ਨੇ ਉਹ ਬਚਦੇ ਰਹੇ ਨੇ। ਤਾਂ ਜਿਹੜੀਆਂ ਸਿੱਖ ਸੰਗਤਾਂ ਵੱਲੋਂ ਹਮੇਸ਼ਾ ਟਾਰਗੇਟ ਇਹ ਕੀਤਾ ਜਾਂਦਾ ਰਿਹਾ, ਕਿਉਂਕਿ ਪੁਲਿਸ ਅਗਰ ਗੋਲੀ ਚਲਾਉਂਦੀ ਹੈ ਤਾਂ ਕੁਦਰਤੀ ਤੌਰ ਤੇ DGP ਉਸ ਵਾਸਤੇ ਜ਼ਿੰਮੇਵਾਰ ਹੁੰਦਾ, ਤੇ DGP ਵੀ ਆਪਣੀ ਮਰਜ਼ੀ ਦੇ ਨਾਲ ਗੋਲੀ ਲਖਵਿੰਦਰ ਜੀ ਨਹੀਂ ਚਲਾ ਸਕਦਾ ਜਿੰਨਾ ਚਿਰ ਤੱਕ ਉਹਨੂੰ ਉੱਪਰੋਂ ਹੁਕਮ ਜਿਹੜੇ ਆ ਨਾ ਹੁਣ। ਖਾਸ ਤੌਰ ਤੇ ਇਹੋ ਜਿਹੇ ਮੌਕੇ ਤੇ ਜਦੋਂ ਹਜ਼ਾਰਾਂ ਪ੍ਰਦਰਸ਼ਨਕਾਰੀ ਸ਼ਾਂਤਮਈ ਧਰਨਾ ਦੇ ਰਹੇ ਆ, SSP DGP ਦੀ ਕੋਈ ਜ਼ਰੂਰਤ ਨਹੀਂ ਹੁੰਦੀ ਕਿ ਇਸ ਤਰੀਕੇ ਦੀ ਗੋਲੀ ਚਲਾਉਣ। ਹਾਂ, ਜੇ ਭੀੜ ਬੇਕਾਬੂ ਹੋ ਤਾਂ ਉਸ ਵਕਤ ਡਿਊਟੀ ਮੈਜਿਸਟ੍ਰੇਟ ਜਿਹੜਾ ਉਹ ਆਰਡਰ ਦੇ ਸਕਦਾ, ਪਰ ਉਹ ਬਹੁਤ ਕੁਝ ਇਦਾਂ ਦਾ ਹੋਇਆ। ਕਹਿਣ ਦਾ ਭਾਵ ਕਿ ਜਿਹੜੀਆਂ ਰਿਪੋਰਟਾਂ ਹੋਈਆਂ, SIT ਦੀ ਰਿਪੋਰਟ, ਕਵਰ ਵਿਜੇ ਪ੍ਰਤਾਪ ਸਿੰਘ ਦੀ ਰਿਪੋਰਟ ਆਈ, ਉਸ ਰਿਪੋਰਟ ਦਾ ਕੀ ਹਾਲ ਹੋਇਆ ਆਪਾਂ ਉਸ ਗੱਲ 'ਚ ਜ਼ਿਆਦਾ ਨਹੀਂ ਪੈਂਦੇ, ਪਰ ਪੰਜਾਬ ਦੇ ਲੋਕ ਜਿਹੜੇ ਨੇ ਉਸ ਘਟਨਾ ਵਾਸਤੇ ਜ਼ਿੰਮੇਵਾਰ DGP, ਉਸ ਸਮੇਂ ਦੇ ਤਤਕਾਲੀ DGP ਸਮੇਤ ਸਿੰਘ ਸੈਣੀ ਨੂੰ ਮੰਨਦੇ ਰਹੇ ਆ, ਪਰਮਰਾਜ ਸਿੰਘ ਉਮਰਾ ਰੰਗਲ ਨੂੰ ਮੰਨਦੇ ਰਹੇ, ਚਰਨਜੀਤ ਸ਼ਰਮਾ ਜਿਹੜੇ SSP ਸੀ ਉਹਨੂੰ ਮੰਨਦੇ ਰਹੇ ਆ, ਪਰ ਬੇਸਿਕਲੀ ਜਿਹੜਾ ਅਖੀਰ ਦਾ ਜਿਹੜਾ ਸਿਖਰ ਸੀ ਉਹ DGP ਸਮੇਤ ਸਿੰਘ ਸੈਣੀ ਤੇ ਜਾਂਦਾ ਰਿਹਾ ਕਿ ਉਹ ਜ਼ਿੰਮੇਵਾਰ ਨੇ। ਤੇ ਉਹਦੇ ਨਾਲ ਹੀ ਨਾਲ ਉਹ ਵੀ ਬੰਦੇ ਕਿ ਉਹਨਾਂ ਨੂੰ ਕਿਹਨੇ ਹੁਕਮ ਦਿੱਤਾ। ਕੁਦਰਤੀ ਤੌਰ ਤੇ ਉਸ ਵਕਤ ਜਿਹੜੇ ਗ੍ਰਹਿ ਮੰਤਰੀ ਸਨ ਉਹ ਸਰਦਾਰ ਸੁਖਬੀਰ ਸਿੰਘ ਬਾਦਲ ਸਨ, ਤਾਂ ਨੈਚੁਰਲੀ ਤੌਰ ਤੇ ਕੁਦਰਤੀ ਤੌਰ ਤੇ ਉਹ ਵੀ ਇਸ਼ਾਰਾ ਉਹਨਾਂ ਵੱਲ ਵੀ ਜਾਂਦਾ, ਬਾਦਲ ਪਰਿਵਾਰ ਵੱਲ ਵੀ ਜਾਂਦਾ। ਸੋ ਅਣਖੀ ਸਰ, ਅੱਜ ਜੋ ਪੁੱਛਗਿੱਛ ਅੱਜ ਹੋਈ ਹੈ ਉਹਦੇ ਵਿੱਚ ਇਹ ਤਾਂ ਸਭ ਤੋਂ ਪਹਿਲਾਂ ਸਵਾਲ ਬਿਲਕੁਲ ਹੋਏਗਾ ਜੀ ਵੀ DGP ਸਾਹਿਬ ਤੁਸੀਂ ਗੋਲੀ ਚਲਵਾਈ, ਤੁਹਾਡੀ ਪੁਲਿਸ ਨੇ ਗੋਲੀ ਚਲਾਈ, ਤੁਹਾਨੂੰ ਹੁਕਮ ਕੀ ਦਿੱਤੇ ਸੀ? ਤੁਹਾਡੇ ਹੁਕਮ ਸੀ ਜਾਂ ਫਿਰ ਗ੍ਰਹਿ ਵਿਭਾਗ ਦੇ ਹੁਕਮ ਸੀ? ਇਹ ਤਾਂ ਪਹਿਲਾ ਤੇ ਮੇਨ ਸਵਾਲ ਹੋਣਾ ਬਿਲਕੁਲ ਹੋਇਆ ਹੁਣ ਅੱਜ। ਹਾਂ, ਮੈਂ ਉਧਰ ਹੀ ਲੱਗਾ ਲਖਵਿੰਦਰ। ਬਦਲ ਦੇਖੋ ਕਿ ਉਸ ਵਕਤ DGP ਸਮੇਤ ਸੈਣੀ ਜਿਹੜੇ ਨੇ ਕਦੀ ਵੀ ਅਜੇ ਤੱਕ ਕਿਸੇ ਵੀ SIT ਦੇ ਸਾਹਮਣੇ ਪੇਸ਼ ਨਹੀਂ ਹੋਏ। ਹਾਲਾਂਕਿ ਬਹੁਤ ਸਿੱਟਾਂ ਜਿਹੜੀਆਂ ਬਣੀਆਂ ਕੈਪਟਨ ਅਮਰਿੰਦਰ ਸਿੰਘ ਨੇ ਵੀ ਬਣਾਈਆਂ, ਪਰ ਸਮੇਤ ਸਿੰਘ ਸੈਣੀ ਹਮੇਸ਼ਾ ਕਾਨੂੰਨੀ ਦਾ ਪੇਚ ਖੇਡਦਿਆਂ ਹੋਇਆਂ ਇਹਨਾਂ ਸਿੱਟਾਂ ਦੇ ਅੱਗੇ ਅੱਜ ਤੱਕ ਪੇਸ਼ ਨਹੀਂ ਹੋਏ। ਕਿਉਂਕਿ ਹਾਈ ਕੋਰਟ ਦੇ ਵਿੱਚ ਵੀ ਉਹਨਾਂ ਨੇ ਬੜੇ ਵੱਡੇ ਪੱਧਰ ਤੇ ਆਪਣਾ ਜਿਹੜੀ ਸਾਜ਼ਿਸ਼ਾਂ ਰਚੀਆਂ, ਹਾਈ ਕੋਰਟ ਕੋਲ ਬਲੈਂਕਟ ਬੇਲ ਉਹ ਲੈ ਕੇ ਬਹੁਤ ਕੁਝ ਉਹ ਇਹੋ ਜਿਹੇ ਆਪਣੇ ਕਾਨੂੰਨੀ ਦਾ ਪੇਚ ਖੇਡਦੇ ਹੋਇਆਂ ਅੱਜ ਤੱਕ ਉਹ ਕਦੇ ਪੇਸ਼ ਨਹੀਂ ਹੋਏ। ਤੇ ਪਿਛਲੇ ਜਦੋਂ ਹਾਈ ਕੋਰਟ ਨੇ ਫਿਰ ਫੈਸਲਾ ਦਿੱਤਾ ਕਿ ਹਾਂ ਵੀ ਤੁਹਾਨੂੰ ਜਾ ਕੇ ਪੁਲਿਸ ਨੂੰ ਸਹਿਯੋਗ ਕਰਨਾ ਪਏਗਾ, ਤੁਹਾਡੀ ਡਿਊਟੀ ਆ, ਫਰੀਦਕੋਟ ਅਦਾਲਤ 'ਚ ਜਦੋਂ ਚਲਾਨ ਪੇਸ਼ ਕਰਨ ਦਾ ਹਦਾਇਤਾਂ ਕੀਤੀਆਂ ਗਈਆਂ, ਤਾਂ ਫਿਰ ਅਖੀਰ ਸਮੇਤ ਸਿੰਘ ਸੈਣੀ ਜਿਹੜੇ ਉਸ ਕੰਜੇ ਦੇ ਵਿੱਚ ਫਸਦੇ ਚਲੇ ਗਏ। ਪਿਛਲੇ ਵੀ 15 ਦਿਨਾਂ ਬਾਅਦ ਉਹਨਾਂ ਨੇ 15 ਦਿਨ ਪਹਿਲਾਂ ਪੇਸ਼ ਹੋਣਾ ਸੀ, ਪਰ ਉਹਨਾਂ ਨੇ ਫਿਰ 15 ਦਿਨ ਦਾ ਸਮਾਂ ਲੈ ਲਿਆ, ਪਰ ਅੱਜ ਉਹਨਾਂ ਨੂੰ ਅਖੀਰ SIT ਦੇ ਸਾਹਮਣੇ ਪੇਸ਼ ਹੋਣਾ ਪਿਆ। ਤਾਂ ਇੱਥੋਂ ਆਪਾਂ ਗੱਲ ਸ਼ੁਰੂ ਕਰਦੇ ਹਾਂ। ਤਾਂ SIT ਦੇ ਸਾਹਮਣੇ 11 ਵਜੇ ਦਾ ਟਾਈਮ ਸੀ ਜਦੋਂ ਕਿ ਉਹ 11:30 ਅੱਧਾ ਘੰਟਾ ਲੇਟ ਪਹੁੰਚਦੇ ਆ, ਪਰ ਜੋ ਜਾਣਕਾਰੀ ਸਾਡੇ ਤੱਕ ਮਿਲੀ ਤੇ SIT ਜਿਹੜੀ LK ਯਾਦਵ ਵਾਲੀ ਹੈ ਕਰੀਬ 4 ਘੰਟੇ ਦੇ ਕਰੀਬ ਜਿਹੜੀ ਸਮੇਤ ਸਿੰਘ ਸੈਣੀ ਦੀ ਜਿਹੜੀ SIT ਵੱਲੋਂ ਪੁੱਛਗਿੱਛ ਕੀਤੀ ਗਈ ਆ, ਤੇ ਨਾਲ ਹੀ ਇਹ ਵੀ ਕਿਹਾ ਗਿਆ ਕਿ ਤੁਹਾਨੂੰ ਅਗਲੇ ਸਮੇਂ ਦੇ ਵਿੱਚ ਫਿਰ ਕਿਸੇ ਸਮੇਂ ਬੁਲਾਇਆ ਜਾ ਸਕਦਾ। ਇੱਥੋਂ ਤੱਕ ਤਾਂ ਕਹਿਣ ਦਾ ਅਰਥ ਇਹ ਹੈ ਕਿ ਉਸ ਦੇ ਦੁਆਲੇ ਕਾਨੂੰਨੀ ਸਕੰਜਾ ਜਿਹੜਾ ਕੱਸਿਆ ਜਾਣਾ ਹੁਣ ਸ਼ੁਰੂ ਹੋ ਗਿਆ। ਹੁਣ ਬਾਕੀ ਪ੍ਰਸ਼ਨ ਜਿਹੜੇ ਨੇ, ਪ੍ਰਸ਼ਨ ਤਾਂ ਲਖਵਿੰਦਰ ਜੀ ਸਭ ਤੋਂ ਮਹੱਤਵਪੂਰਨ ਇਹੋ ਹੀ ਆ ਕਿ ਬਤਾਓ DGP ਜ਼ਿੰਮੇਵਾਰੀ ਉਹਨਾਂ ਦੀ ਬਣਦੀ ਹੈ, ਤੇ ਸੈਕੰਡਲੀ ਜੇਕਰ ਉਹ ਇਸ ਗੱਲ ਤੋਂ ਭੇਜਣੇ ਕਿ ਮੈਨੂੰ ਨਹੀਂ ਪਤਾ ਕਿਸ ਦੇ ਕਹਿਣ ਤੇ ਗੋਲੀ ਚੱਲੀ ਜਾਂ SSP ਨੇ ਆਪਣੀ ਮਰਜ਼ੀ ਨਾਲ ਚਲਾਈ, ਤੇ ਫਿਰ ਜੇਕਰ SSP ਨੇ ਜਾਂ ਪਰਮਰਾਜ ਉਮਰਾ ਨੰਗਲ ਜਿਹੜੇ ਉਸ ਵੇਲੇ ਲੁਧਿਆਣੇ ਤੋਂ ਉੱਥੇ ਪਹੁੰਚਦੇ ਨੇ ਕਿਹਦੇ ਇਸ਼ਾਰੇ ਤੇ ਗਏ, ਕੌਣ ਜ਼ਿੰਮੇਵਾਰ ਆ, ਤੇ ਜੇਕਰ ਉਹਨਾਂ ਨੇ ਆਪਣੇ ਆਪ ਹੀ ਆਪਣੀਆਂ ਮਨਮਰਜ਼ੀਆਂ ਕੀਤੀਆਂ ਤਾਂ ਫਿਰ ਉਸ ਵਕਤ DGP ਸਮੇਤ ਸਿੰਘ ਸੈਣੀ ਨੇ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਕਿਉਂ ਨਾ ਕੀਤੀ, ਤੇ ਜੇਕਰ ਉਹਨਾਂ ਨੂੰ ਉੱਤੋਂ ਇਸ਼ਾਰਾ ਮਿਲਿਆ ਤਾਂ ਉਸ ਵਕਤ ਦੇ ਗ੍ਰਹਿ ਮੰਤਰੀ ਵੱਲੋਂ ਜਾਂ ਉਸ ਵਕਤ ਦੇ ਮੁੱਖ ਮੰਤਰੀ ਕੋਲੋਂ, ਤੇ ਕੀ ਉਹ ਜਿਹੜਾ ਹੁਕਮ ਸੀ ਉਹ ਕੇਵਲ ਮੋਬਾਈਲ ਤੇ ਹੁਕਮ ਦਿੱਤੇ ਗਏ ਸੀ ਜਾਂ ਕੋਈ ਲਿਖਤੀ ਹੁਕਮ ਸੀ, ਤੇ ਜੇਕਰ ਜ਼ਬਾਨੀ ਹੁਕਮ ਉਹਨਾਂ ਨੂੰ ਦਿੱਤੇ ਗਏ ਕਿ ਕਿਸੇ ਵੀ ਤਰੀਕੇ ਨਾਲ ਇਹ ਧਰਨਾ ਖਾਲੀ ਕਰਾਓ, ਇਹ ਜਗ੍ਹਾ ਖਾਲੀ ਕਰਾਓ, ਜਿਸ ਤਰੀਕੇ ਨਾਲ ਰਿਪੋਰਟਾਂ ਜਿਹੜੀਆਂ ਆਉਂਦੀਆਂ ਨੇ ਉਹਨਾਂ ਨੇ ਕਿਹਾ ਕਿ 2 ਘੰਟਿਆਂ 'ਚ ਮੈਂ ਸ਼ਹਿਰ ਜਿਹੜਾ ਖਾਲੀ ਕਰਾ ਦਾਂਗਾ, ਮਤਲਬ ਇਹ ਗੱਲ ਆਮ ਚਰਚਾ 'ਚ ਆਉਂਦੀ ਰਹੀ ਹੈ। ਤਾਂ ਜੇ ਇਹ ਦਮਗਜੇ ਜਿਹੜੇ ਮਾਰੇ ਗਏ ਤਾਂ ਫਿਰ ਕਿਹਦੇ ਕਹਿਣ ਤੇ ਮਾਰੇ ਗਏ, ਕੌਣ ਇਸ ਸਾਜ਼ਿਸ਼ ਦਾ ਸੂਤਰਧਾਰ ਸੀ ਜਿਨ੍ਹਾਂ ਨੇ ਉੱਥੇ ਸ਼ਾਂਤਮਈ ਧਰਨਾ ਦੇ ਰਹੇ ਸਿੱਖ ਸੰਗਤਾਂ ਦੇ ਉੱਤੇ ਜਿਹੜੀ ਪੁਲਿਸ ਨੇ ਗੋਲੀ ਚਲਾਈ ਤੇ ਕਿਹਦੇ ਇਸ਼ਾਰੇ ਤੇ ਚਲਾਈ, ਪਰਮਰਾਜ ਉਮਰਾ ਨੰਗਲ ਕਿਹੜੇ ਕਰਕੇ ਉੱਥੇ ਪਹੁੰਚਿਆ, ਕਿਸ ਤਰੀਕੇ ਨਾਲ ਪਹੁੰਚਿਆ। ਸੋ ਬਹੁਤ ਸਵਾਲ ਨੇ
ਨੇ SIT ਕੋਲ, ਤੇ ਇਹੋ ਹੀ SIT ਜਿਹੜੀ ਆ ਬੀਤੇ ਦੌਰ 'ਚ ਬਾਦਲ ਪਰਿਵਾਰ ਕੋਲੋਂ ਵੀ ਪੁੱਛਗਿੱਛ ਜਿਹੜੀ ਆ ਉਹ ਕਰ ਚੁੱਕੀ ਆ, ਭਾਵੇਂ ਖਬਰ ਵਿਜੇ ਪ੍ਰਤਾਪ ਵਾਲੀ ਹੋਵੇ। ਪਰ ਅੱਜ ਪਹਿਲੀ ਵਾਰੀ ਜਿਹੜਾ ਊਂਠ ਆ ਉਹ ਪਹਾੜ ਦੇ ਥੱਲੇ ਆਉਂਦਾ ਆ, ਜਦੋਂ ਸੁਮੇਧ ਸਿੰਘ ਸੈਣੀ ਬਤੌਰ ਇੱਕ ਦੋਸ਼ੀ ਮੁਜਰਮ ਵਜੋਂ SIT ਦੇ ਸਾਹਮਣੇ ਪੇਸ਼ ਹੁੰਦੇ ਆ। ਹਾਲਾਂਕਿ ਮਾਫ ਕਰਦਾ, ਕਥਿਤ ਤੌਰ ਤੇ ਮੁਜਰਮ ਜਾਂ ਦੋਸ਼ੀ ਵਜੋਂ ਪੇਸ਼ ਹੁੰਦੇ ਆ, ਤਾਂ ਉੱਥੇ ਉਹਨਾਂ ਨੂੰ ਇਨਕੁਆਇਰੀ ਕੀਤੀ ਗਈ। ਲਖਵਿੰਦਰ, ਇਹ ਬੜੇ ਅਹਿਮ ਸਵਾਲ ਨੇ ਕਿ ਜਿਹੜੇ ਜਾਣਕਾਰੀ ਜਿਹੜੀ ਆ ਸੁਮੇਧ ਸਿੰਘ ਸੈਣੀ ਨੂੰ ਦੇਣੀ ਪਏਗੀ ਕਿ ਹਾਂ ਉਸ ਰਾਤ ਕਿਹਦਾ ਫੋਨ ਆਇਆ, ਕਿੰਨੀ ਵਾਰੀ ਫੋਨ ਆਇਆ, ਤੇ ਅਖੀਰ ਜਿਹੜਾ ਹੁਕਮ ਦਿੱਤਾ ਗਿਆ ਸ਼ਕਤੀ ਪ੍ਰਦਰਸ਼ਨ ਦਾ ਜਾਂ ਲਾਠੀ ਪ੍ਰਦਰਸ਼ਨ ਦਾ ਪੁਲਿਸ ਵੱਲੋਂ, ਉਹ ਕਿਹਦੇ ਕਹਿਣ ਤੇ ਕੀਤਾ ਗਿਆ। ਇਹ ਤਾਂ ਸਵਾਲ ਹੈ। ਤਾਂ ਕੁਦਰਤੀ ਤੌਰ ਤੇ ਹੁਣ ਜਿਹੜੀ ਸੁਮੇਧ ਸਿੰਘ ਸੈਣੀ ਦੀ ਜਿਹੜੀ ਸਥਿਤੀ ਆ ਉਹ ਦਿਨ ਬ ਦਿਨ ਮਾੜੀ ਹੁੰਦੀ ਜਾ ਰਹੀ ਆ। ਪਹਿਲਾਂ ਉੱਤੇ ਕੁਝ ਮੁਕੱਦਮੇ ਦਰਜ ਸਨ, ਪਰ ਉਹ ਬਲੈਂਕਟ ਬੇਲ ਚ ਲੈਣ ਚ ਸਫਲ ਹੋ ਗਏ। ਉਹੋ ਹੀ ਵਿਨੋਦ ਕਈ ਜਿਹੜੇ ਅੱਜ ਪੰਜਾਬ ਦੇ ਐਡਵੋਕੇਟ ਜਨਰਲ ਨੇ ਕੇਸ ਸਮੇਂ ਸੁਮੇਧ ਸੈਣੀ ਦੇ ਉਹ ਰਹੇ ਨੇ। ਤਾਂ ਕੁਦਰਤੀ ਤੌਰ ਤੇ ਹੁਣ ਬਹੁਤ ਦਾਅ ਚ ਇਹੋ ਜਿਹੇ ਹੋਣਗੇ ਜਿਹੜੇ ਸੁਮੇਧ ਸੈਣੀ ਨੂੰ ਮਹਿੰਗੇ ਪੈ ਸਕਦੇ ਆ। ਇਹ ਤਾਂ ਸੁਮੇਧ ਸੈਣੀ ਦੀ ਗੱਲ ਆ। ਸਭ ਤੋਂ ਵੱਡਾ ਪ੍ਰਸ਼ਨ ਜਿਹੜਾ SIT ਦੇ ਅੱਗੇ ਖੜਾ ਕਿ ਉਸ ਰਾਤ ਸੁਮੇਧ ਸਿੰਘ ਸੈਣੀ ਨੇ ਕਿਹਦੇ ਕਹਿਣ ਦੇ ਉੱਤੇ ਗੋਲੀ ਚਲਾਉਣ ਦੇ ਹੁਕਮ ਦਿੱਤੇ, ਸਭ ਤੋਂ ਵੱਡਾ ਪ੍ਰਸ਼ਨ ਇਹ ਆ। ਤਾਂ ਇਸ ਪ੍ਰਸ਼ਨ ਦਾ ਅੱਜ ਉਹ ਸਵਾਲ ਦਾ ਜਵਾਬ ਜੇ ਉਹ ਟਾਲ ਵੀ ਗਏ ਹੋਣ, ਅਗਲੀ ਪੇਸ਼ੀ ਦੇ ਮੌਕੇ ਤੇ ਉਹਨਾਂ ਨੂੰ ਕੀਤਾ ਜਾ ਸਕਦਾ। ਤਾਂ ਲਖਵਿੰਦਰ, ਇਹ ਗੱਲ ਸਪਸ਼ਟ ਤੇ ਸਾਫ਼ ਤੌਰ ਤੇ ਕੰਧ ਤੇ ਲੱਗੇ ਸ਼ੀਸ਼ੇ ਵਾਂਗੂ ਬਿਲਕੁਲ ਸਾਫ਼ ਆ ਕਿ ਹੌਲੀ ਹੌਲੀ ਜਿਹੜਾ ਸਕੰਜਾ ਆ ਉਹ ਹੁਣ ਸੁਖਬੀਰ ਬਾਦਲ ਜਾਂ ਉਸ ਸਮੇਂ ਦੇ ਜਿਹੜੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਣਾ ਦੇ ਦੁਆਲੇ ਕੱਸਿਆ ਜਾਣਾ ਸ਼ੁਰੂ ਹੋ ਗਿਆ। ਕਿਉਂਕਿ ਅੱਜ ਦੀ ਤਰੀਕ ਦੇ ਵਿੱਚ ਲਖਵਿੰਦਰ ਜੀ ਜੋ ਮਰਜ਼ੀ ਆ, ਇਹ ਜਿਹੜਾ ਸ਼੍ਰੋਮਣੀ ਅਕਾਲੀ ਦਲ ਆ ਉਹ ਹਾਸ਼ੀਏ ਤੇ ਜਾ ਚੁੱਕਾ। ਤਾਂ ਹਾਸ਼ੀਏ ਤੇ ਜਾਣ ਦਾ ਜਿਹੜਾ ਮੁੱਖ ਕਾਰਨ ਆ ਜਾਂ ਪੰਜਾਬ ਦੇ ਲੋਕ ਜੋ ਸਮਝ ਰਹੇ ਆ, ਸਿਰਫ ਤੇ ਸਿਰਫ ਬਾਦਲ ਪਰਿਵਾਰ ਦੀ ਉਸ ਸਮੇਂ ਵਿੱਚ ਨਿਭਾਈ ਗਈ ਉਸ ਭੂਮਿਕਾ ਨੂੰ ਹੀ ਜ਼ਿੰਮੇਵਾਰ ਮੰਨਦੇ ਨੇ, ਜਿਸ ਕਰਕੇ ਅਕਾਲੀ ਦਲ ਦਾ ਇਹ ਹਾਲ ਹੋਇਆ। ਤੇ ਲੋਕ ਅੱਜ ਵੀ ਕਹਿੰਦੇ ਨੇ ਕਿ ਜੇਕਰ ਸ਼੍ਰੋਮਣੀ ਅਕਾਲੀ ਦਲ ਨੇ ਬਚਣਾ ਤਾਂ ਉਸਨੂੰ ਜਿਹੜਾ ਆ ਬਾਦਲ ਪਰਿਵਾਰ ਨੂੰ ਉਤੋਂ ਕਿਨਾਰਾ ਕਸ਼ੀ ਜਿਹੜੀ ਕਰ ਲੈਣੀ ਚਾਹੀਦੀ ਆ। ਅੱਜ ਸੁਖਬੀਰ ਸਿੰਘ ਬਾਦਲ ਦਾ ਇੱਕ ਬਿਆਨ ਆ ਰਿਹਾ ਸੀ, ਜਿੱਦਾਂ ਉਹ ਬਿਆਨ ਦਿੰਦੇ ਨੇ ਕਿ ਜੇਕਰ ਸ਼੍ਰੋਮਣੀ ਅਕਾਲੀ ਦਲ ਕਮਜ਼ੋਰ ਹੋ ਗਿਆ ਤਾਂ ਅਸੀਂ ਸਾਰੇ ਕਮਜ਼ੋਰ ਹੋ ਜਾਵਾਂਗੇ। ਤੁਸੀਂ ਠੀਕ ਆ, ਕਮਜ਼ੋਰ ਹੋ ਜਾਓ, ਪਰ ਸ਼੍ਰੋਮਣੀ ਅਕਾਲੀ ਦਲ ਤਾਂ ਉਹਨਾਂ ਚਿਰ ਕਮਜ਼ੋਰ ਰਹੇਗਾ ਜਿੰਨਾ ਚਿਰ ਤੁਸੀਂ ਉਹਦੇ ਉੱਤੇ ਜੇ। ਈਵਨ ਕਿ ਅੱਜ ਉਹਨਾਂ ਨੇ ਆਪਣੇ ਉਸ ਲੈਕਚਰ 'ਚ ਮਾਫੀ ਵੀ ਮੰਗੀ, ਸਾਡੇ ਕੋਲ ਗਲਤੀਆਂ ਹੋਣਗੀਆਂ। ਇੰਨੀ ਗੱਲ ਮਤਲਬ ਸੁਖਬੀਰ ਸਿੰਘ ਬਾਦਲ ਹੋਣੀ ਕਿਉਂ ਕਹਿੰਦੇ ਆ, ਜਾਂ ਤੇ ਆਪਣੀ ਉਹ ਗਲਤੀ ਸਪਸ਼ਟ ਮੰਨਣ ਕਿ ਇਹ ਸਾਡੇ ਕੋਲ ਹੋਇਆ ਤਾਂ ਸਿੱਖ ਸੰਗਤ ਸ਼ਾਇਦ ਉਹਨਾਂ ਨੂੰ ਮਾਫ ਕਰ ਦੇ, ਉਹਨਾਂ ਨੂੰ ਉਹ ਹਾਸ਼ੀਏ ਤੇ ਲੈ ਆਵੇ। ਪਰ ਜੇਕਰ ਇਹੋ ਜਿਹੀਆਂ ਰਾਜਨੀਤਿਕ ਸਟੰਟਬਾਜ਼ੀਆਂ, ਸਿਆਸੀ ਬਿਆਨਬਾਜ਼ੀਆਂ ਦੇ ਕੇ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਨਾ, ਤਾਂ ਲੋਕ ਫਿਰ ਸਭ ਬਾਦਲ ਪਰਿਵਾਰ ਦੀਆਂ ਇਹਨਾਂ ਹਰਕਤਾਂ ਨੂੰ ਜਾਣਦੇ ਆ। ਸੋ ਕੁਦਰਤੀ ਤੌਰ ਤੇ ਸੁਮੇਧ ਸਿੰਘ ਸੈਣੀ ਦੀ ਪੇਸ਼ੀ ਤੋਂ ਉਹਦੀ ਸਵਾਲ ਜਵਾਬ 4 ਘੰਟੇ ਦੀ ਪੁੱਛਗਿੱਛ, ਤੇ ਪੁੱਛਗਿੱਛ ਤੋਂ ਬਾਅਦ ਫਿਰ ਦੁਬਾਰਾ ਉਸ ਨੂੰ ਸੱਦੇ ਜਾਣ ਦਾ ਹੁਕਮ ਦੇ ਦੇਣਾ SIT ਵੱਲੋਂ, ਕੁਦਰਤੀ ਤੌਰ ਤੇ ਸੁਮੇਧ ਸਿੰਘ ਸੈਣੀ ਦੀਆਂ ਮੁਸ਼ਕਲਾਂ ਦਾ ਵਧਾਏਗਾ। ਪਰ ਨਾਲ ਹੀ ਨਾਲ ਬਾਦਲ ਪਰਿਵਾਰ ਵਾਸਤੇ ਵੀ ਜਿਹੜੇ ਆਉਂਦੇ ਦਿਨ ਨੇ ਉਹ ਮੁਸ਼ਕਲਾਂ ਭਰੇ ਹੋ ਸਕਦੇ ਆ, ਗੰਭੀਰ ਹੋ ਸਕਦੇ ਆ। ਕਿਉਂਕਿ ਜਿਸ ਤਰੀਕੇ ਨਾਲ ਬਰਗਾਰੀ ਮੋਰਚੇ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ 16 ਅਗਸਤ ਤੱਕ ਦਾ ਸਮਾਂ ਦਿੱਤਾ, ਤੇ ਹੁਣ ਜਿਸ ਤਰੀਕੇ ਨਾਲ ਐਕਸ਼ਨ ਮੂਡ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਇਸ ਮੁੱਦੇ ਨੂੰ ਲੈ ਕੇ ਆ ਰਹੀ ਆ, ਪਤਾ ਨਹੀਂ ਕਿਸ ਦਿਨ ਸੁਖਬੀਰ ਸਿੰਘ ਬਾਦਲ ਦੇ ਗ੍ਰਿਫਤਾਰੀ ਦੇ ਵਾਰੰਟ ਵੀ ਜਾਰੀ ਹੋ ਸਕਦੇ ਆ। ਬਹੁਤ ਕੁਝ ਕਿਸੇ ਵੀ ਮੁੱਦੇ ਤੇ ਉਹਨਾਂ ਨੂੰ ਵੀ ਸੱਦਿਆ ਜਾ ਸਕਦਾ, ਕਿਉਂਕਿ ਇਹ ਬਰਗਾਰੀ ਮੋਰਚਾ ਜਿਹੜਾ ਲੱਗਾ ਇਹ ਉਹਨਾਂ ਚਿਰ ਤੱਕ ਹੁਣ ਪਿਛਾਂਹ ਮੁੜਨ ਵਾਲਾ ਨਹੀਂ ਹੈ ਜਿੰਨਾ ਚਿਰ ਤੱਕ ਉਸ ਗੋਲੀकांड ਦੇ ਜ਼ਿੰਮੇਵਾਰ ਵਿਅਕਤੀਆਂ ਦੇ ਚਿਹਰੇ ਨੰਗੇ ਨਹੀਂ ਹੋ ਜਾਂਦੇ, ਅਸਲ ਸੱਚ ਲੋਕਾਂ ਦੇ ਸਾਹਮਣੇ ਨਹੀਂ ਆ ਜਾਂਦਾ। ਇਹ ਤਾਂ ਹੋਣਾ ਹੀ ਹੋਣਾ। ਇਹ ਉਹਨਾਂ ਚਿਰ ਇਹ ਸਰਕਾਰ ਵਾਸਤੇ, ਜਿਹੜੀ ਭਗਵੰਤ ਸਿੰਘ ਮਾਨ ਦੀ ਸਰਕਾਰ ਆ, ਇਹਦੇ ਵਾਸਤੇ ਵੀ ਨੱਕ ਦਾ ਮਸਲਾ ਬਣਿਆ। ਤੇ ਦੂਜੇ ਪਾਸੇ ਉਹ ਮੋਰਚਾ ਜਿਹੜੇ ਇਨਸਾਫ ਦੀ ਆਸ ਵਿੱਚ ਬੈਠੇ ਨੇ, ਉਹ ਵੀ 7 ਸਾਲ ਤੋਂ ਲੈ ਕੇ ਬੈਠੇ ਨੇ, ਉਹ ਵੀ ਇਸ ਉਡੀਕ ਨੇ ਕਿ ਜਿੰਨਾ ਚਿਰ ਮਰਜ਼ੀ ਇਹ ਸੰਘਰਸ਼ ਚੱਲੇ, ਆਪਾਂ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਨਿਤਾਰਨਾ, ਜਿਹੜੇ ਅਸਲ ਦੋਸ਼ੀ ਨੇ ਸਿੱਖਾਂ ਦੇ ਪਿੱਛੇ ਵੇਖਣੇ ਆ। ਸੋ ਸੁਮੇਧ ਸਿੰਘ ਸੈਣੀ ਅੱਜ ਹੀ ਕਹਿ ਸਕਦੇ ਕਿ ਜਿਸ ਤਰੀਕੇ ਨਾਲ ਉਹਨਾਂ ਦਾ ਸਕੰਜਾ ਕੱਸਿਆ ਗਿਆ ਉਹਨਾਂ ਦੇ ਦਿਵਾਲੇ, ਆਉਂਦਿਆਂ ਦਿਨਾਂ 'ਚ ਬਾਦਲ ਪਰਿਵਾਰ ਦੇ ਦਿਵਾਲੇ ਵੀ ਇਹ ਸਕੰਜਾ ਇਸੇ ਤਰ੍ਹਾਂ ਹੋਰ ਤੰਗ ਜਿਹੜਾ ਹੋ ਸਕਦਾ। ਬਿਲਕੁਲ ਸਰ, ਬਿਲਕੁਲ, ਕਿਉਂਕਿ ਪੁੱਛ ਗਿੱਛ ਹੋਏਗੀ, ਸਵਾਲਾਂ ਦੇ ਜਵਾਬ ਸੌਖੇ ਨਹੀਂ ਹੋਏਗੇ ਸੁਮੇਧ ਸਿੰਘ ਸੈਣੀ ਦੇ ਵੱਲੋਂ ਦੇਣ ਵਾਸਤੇ।
ਤੇ ਦੂਸਰੇ ਪਾਸੇ ਗੱਲ, ਕਿਉਂਕਿ ਆਮ ਆਦਮੀ ਪਾਰਟੀ ਨੂੰ ਵੀ ਸਿਰਫ 15 ਦਿਨ ਦੀ ਮੋਹਲਤ ਮਿਲੀ ਵੀ ਹੈ ਇਸ ਮਾਮਲੇ ਦੇ ਉੱਪਰ ਆਪਣੀ ਸਥਿਤੀ ਸਪਸ਼ਟ ਕਰਨ ਦੀ, ਸੋ ਸਕੰਜਾ ਬਿਲਕੁਲ ਜਿਸ ਤਰੀਕੇ ਨਾਲ ਤੁਸੀਂ ਕਿਹਾ ਬੜੀ ਜਲਦੀ ਬਾਦਲ ਪਰਿਵਾਰ ਵੱਲ ਵੀ ਜਾ ਸਕਦਾ ਹੈ, ਕਿਉਂਕਿ ਸੁਮੇਧ ਸਿੰਘ ਸੈਣੀ ਹੁਣ ਇਸ ਸਾਈਡ ਸਾਹਮਣੇ ਪੇਸ਼ ਹੋ ਚੁੱਕੇ ਨੇ। ਦੂਸਰੇ ਪਾਸੇ ਹੁਣ ਆਪਾਂ ਗੱਲ ਕਰੀਏ ਜਿੱਥੇ ਇੱਕ ਪਾਸੇ ਥੋੜੀ ਜਿਹੀ ਰਾਹਤ ਮਿਲਦੀ ਨਜ਼ਰ ਆ ਰਹੀ ਹੈ ਇਸ ਮਾਮਲੇ ਵਿੱਚ ਆਮ ਆਦਮੀ ਪਾਰਟੀ ਨੂੰ, ਦੂਸਰੇ ਪਾਸੇ ਘਿਰਦੀ ਹੋਈ ਵੀ ਨਜ਼ਰ ਆ ਰਹੀ ਹੈ ਆਮ ਆਦਮੀ ਪਾਰਟੀ ਸਰਕਾਰ, ਕਿਉਂਕਿ 15 ਅਗਸਤ ਨੂੰ ਇੱਕ ਵੱਡੀ ਸੌਗਾਤ ਸਿਹਤ ਦੇ ਸੰਬੰਧ ਦੇ ਵਿੱਚ ਲੋਕਾਂ ਨੂੰ ਦੇਣ ਜਾ ਰਹੀ ਸੀ ਮੁਹੱਲਾ ਕਲੀਨਿਕਾਂ ਦੇ ਰੂਪ ਦੇ ਵਿੱਚ, ਲੇਕਿਨ ਉਸ ਤੋਂ ਪਹਿਲਾਂ ਹੀ ਇੱਕ ਝਟਕਾ ਲੱਗਿਆਗਾ ਸਰਕਾਰ ਨੂੰ ਪੀਜੀਆਈ ਦੇ ਵੱਲੋਂ। ਪੀਜੀਆਈ ਦੇ ਵਿੱਚ ਪੀਜੀਆਈ ਪ੍ਰਸ਼ਾਸਨ ਦੇ ਵੱਲੋਂ ਪੰਜਾਬ ਦੇ ਗੰਭੀਰ ਰੋਗਾਂ ਨਾਲ ਲੜ ਰਹੇ ਮਰੀਜ਼ਾਂ ਦਾ ਇਲਾਜ ਕਰਨ ਤੋਂ ਕੋਰਾ ਜਵਾਬ ਦੇ ਦਿੱਤਾ ਗਿਆ। ਆਖਰ ਪੂਰਾ ਮਾਮਲਾ ਕੀ ਹੈ? ਪੰਜਾਬ ਦੇ ਲੋਕਾਂ ਨੂੰ ਜਿਹੜੇ ਕਿ ਗੰਭੀਰ ਬਿਮਾਰੀਆਂ ਤੋਂ ਪੀੜਤ ਨੇ ਉਹਨਾਂ ਦਾ ਇਲਾਜ ਹੁਣ ਪੀਜੀਆਈ ਆਖਰ ਕਿਉਂ ਨਹੀਂ ਕਰੇਗਾ? ਲਖਵਿੰਦਰ ਜੀ, ਜਿਹੜਾ ਪੀਜੀਆਈ ਆ ਭਾਰਤ ਦਾ ਅਸੀਂ ਕਹਿ ਸਕਦੇ ਕਿ ਦੂਜੇ ਏਮਸ ਤੋਂ ਬਾਅਦ ਚੰਡੀਗੜ੍ਹ ਦਾ ਪੀਜੀਆਈ ਦੂਜੇ ਨੰਬਰ ਦਾ ਸਰਵੋਤਮ ਹਸਪਤਾਲ ਆ, ਜਿੱਥੇ ਪੰਜਾਬ ਦੇ ਲੋਕ ਜਾਂ ਦੇਸ਼ ਵਿਦੇਸ਼ਾਂ ਦੇ ਲੋਕ ਉੱਥੇ ਆਣ ਕੇ ਇਲਾਜ ਕਰਾਉਂਦੇ ਆ। ਤੇ ਅੱਜ 1 ਅਗਸਤ ਤੋਂ ਮਾਫ ਕਰਨਾ, ਅੱਜ ਨਹੀਂ 1 ਅਗਸਤ ਤੋਂ ਜਿਹੜੀ ਪੀਜੀ ਪ੍ਰਸ਼ਾਸਨ ਆ ਉਹਨਾਂ ਨੇ ਪੰਜਾਬ ਸਰਕਾਰ ਮਾਫ ਕਰਨਾ ਪੰਜਾਬ ਦੇ ਮਰੀਜ਼ਾਂ ਦਾ ਇਲਾਜ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਹੁਣ ਮਰੀਜ਼ਾਂ ਨੂੰ ਇਸ ਇਲਾਜ ਦੇ ਬਦਲੇ ਆਪਣਾ ਭੁਗਤਾਨ ਜਿਹੜਾ ਉਸੇ ਮਰੀਜ਼ਾਂ ਦੇ ਵਾਂਗੂ ਕਰਨਾ ਪਏਗਾ ਜਿਸ ਤਰੀਕੇ ਨਾਲ ਆਮ ਲੋਕ ਕਰਦੇ ਆ। ਕਾਰਨ ਇਹ ਆ ਕਿ ਜਿਹੜੀ ਕੇਂਦਰ ਸਰਕਾਰ ਦੀ ਆਯੁਸ਼ਮਾਨ ਯੋਜਨਾ ਜਿਹੜੀ ਸੀ ਪੰਜਾਬ ਸਰਕਾਰ ਨੇ ਵੱਖ-ਵੱਖ ਹਸਪਤਾਲਾਂ ਦੇ ਵਿੱਚ ਜਿਹੜੀ ਸ਼ੁਰੂ ਕੀਤੀ ਆ, ਜਿਹਦੇ ਵਿੱਚ ਹਰ ਵਿਅਕਤੀ ਪੰਜਾਬ ਦਾ ਜਿਹੜਾ ਗਰੀਬ ਆ ਜਾਂ ਗਰੀਬੀ ਰੇਖਾ ਤੋਂ ਥੱਲੇ ਰਹਿ ਰਿਹਾ, ਉਸ ਯੋਜਨਾ ਦੇ ਤਹਿਤ 5 ਲੱਖ ਰੁਪਏ ਤੱਕ ਦਾ ਇਲਾਜ ਫ੍ਰੀ ਜਿਹੜਾ ਸੀ ਉਹ ਪੀਜੀਆਈ ਦੇ ਵਿੱਚ ਕਰਵਾ ਸਕਦਾ ਸੀ ਜਾਂ ਪੰਜਾਬ ਦੇ ਵੱਖ-ਵੱਖ ਹਸਪਤਾਲਾਂ 'ਚ ਕਰਾ ਸਕਦਾ ਸੀ। ਪਰ ਲਖਵਿੰਦਰ ਜੀ, ਜਿਹੜਾ ਇਹ ਹੋਇਆ ਕਿ ਪਿਛਲੇ 1.5 ਜਾਂ 2 ਸਾਲ ਤੋਂ ਜਿਹੜਾ ਅੰਸ਼ੁਮਨ ਜਿਹੜੀ ਭਾਰਤ ਸਰਕਾਰ ਦੀ ਯੋਜਨਾ ਆ, ਉਹ ਯੋਜਨਾ ਦਾ ਜਿਹੜਾ ਭੁਗਤਾਨ ਆ ਬੈਲੈਂਸ ਜਿਹੜਾ ਆ ਉਹ ਪੀਜੀਆਈ ਪ੍ਰਸ਼ਾਸਨ ਨੂੰ ਪੰਜਾਬ ਸਰਕਾਰ ਨੇ ਕੀਤਾ ਹੀ ਨਹੀਂ। ਚਾਹੇ ਹੁਣ ਇਹਦੇ ਵਿੱਚ ਜ਼ਿੰਮੇਵਾਰੀ ਜਿਹੜੀ ਆ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਹੋਵੇ, ਤੇ ਚਾਹੇ ਚੰਨੀ ਸਰਕਾਰ ਦੀ ਹੋਵੇ, ਤੇ ਚਾਹੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੀ ਹੋਵੇ, ਇਹ ਜਿਹੜੀ ਸਥਿਤੀ ਆ ਇਹ ਪੰਜਾਬ ਦੇ ਹੋਰ ਵੀ ਬੜੇ ਨਿੱਜੀ ਹਸਪਤਾਲਾਂ ਦੀ ਆ ਕਿ ਜਿੱਥੇ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਵੱਲੋਂ ਆਈ ਉਸ ਰਾਸ਼ੀ ਦਾ ਭੁਗਤਾਨ ਉਹਨਾਂ ਹਸਪਤਾਲਾਂ ਨੂੰ ਵਿੱਚ ਨਹੀਂ ਕੀਤਾ ਜਾਂ ਉਹਨਾਂ ਹਸਪਤਾਲਾਂ ਨੂੰ ਨਹੀਂ ਕੀਤਾ ਜਿਨ੍ਹਾਂ ਹਸਪਤਾਲਾਂ ਦੇ ਵਿੱਚ ਗਰੀਬ ਮਰੀਜ਼ਾਂ ਦਾ ਇਲਾਜ ਫ੍ਰੀ ਹੁੰਦਾ ਸੀ ਇਸ ਯੋਜਨਾ ਦੇ ਤਹਿਤ। ਹੁਣ ਉਸ ਤੋਂ ਪਹਿਲਾਂ ਚੰਡੀਗੜ੍ਹ ਦੇ ਵਿੱਚ ਚੱਲਦਾ ਰਿਹਾ ਪੰਜਾਬ ਸਰਕਾਰ ਨਾਲ ਕਾਫੀ ਚਿਰ ਉਹਨਾਂ ਦਾ ਆਦਾਨ ਪ੍ਰਦਾਨ ਹੋਇਆ, ਆ ਮੌਜੂਦਾ ਦੇ ਨਾਲ ਵੀ ਤੇ ਪਿਛਲੀ ਦੇ ਨਾਲ ਵੀ, ਪਰ ਸਰਕਾਰ ਵੱਲੋਂ ਕੋਈ ਵੀ ਭੁਗਤਾਨ ਨਾ ਕਰਨ ਦੇ ਕਰਕੇ ਪੀਜੀਆਈ ਵੱਲੋਂ ਇਹ ਜਿਹੜਾ ਇੱਕ ਸਖਤ ਫੈਸਲਾ ਲਿਆ ਗਿਆ। ਤੇ ਇਹ ਵੀ ਦੱਸ ਦਈਏ ਕਿ ਇਸ ਤੋਂ ਪਹਿਲਾਂ ਜਿਹੜਾ ਗਵਰਨਮੈਂਟ ਮੈਡੀਕਲ ਕਾਲਜ ਜਿਹੜਾ ਉੱਥੇ ਚੰਡੀਗੜ੍ਹ ਗਵਰਨਮੈਂਟ ਹਸਪਤਾਲ ਜਿਹੜਾ ਸੈਕਟਰ 32 ਦਾ, ਉਹਨੇ ਵੀ ਇਸ ਗੱਲ ਦਾ ਭੁਗਤਾਨ ਕਰਨ ਤੋਂ ਮਾਫ ਕਰਨਾ ਇਲਾਜ ਕਰਨ ਤੋਂ ਪੰਜਾਬ ਦੇ ਮਰੀਜ਼ਾਂ ਦਾ ਸਾਫ਼ ਤੌਰ ਤੇ ਪਹਿਲਾਂ ਹੀ ਇਨਕਾਰ ਜਿਹੜਾ ਕੀਤਾ ਜਾ ਚੁੱਕਾ ਉਹਨਾਂ ਵੱਲੋਂ। ਹੁਣ ਲਖਵਿੰਦਰ ਜੀ, ਸਥਿਤੀ ਇਹ ਆ ਕਿ ਜੇਕਰ ਪੀਜੀਆਈ ਜਿਹੜਾ ਚੰਡੀਗੜ੍ਹ ਦਾ ਸੀ, ਇੱਥੋਂ ਪੰਜਾਬ ਦੇ ਆਮ ਜਨ ਸਧਾਰਨ ਲੋਕ ਇਲਾਜ ਕਰਾਉਣ ਜਾਂਦੇ ਸਨ, ਜਿਹੜੇ ਇਹਨਾਂ ਦੂਜੇ ਹਸਪਤਾਲਾਂ 'ਚ ਜਿਹੜੇ ਜਵਾਬ ਮਿਲ ਜਾਂਦਾ ਸੀ ਜਾਂ ਉਹਨਾਂ ਨੂੰ ਰੈਫਰ ਉੱਥੇ ਕੀਤਾ ਜਾਂਦਾ ਸੀ, ਤਾਂ ਚੰਡੀਗੜ੍ਹ ਦੇ ਵਿੱਚ ਆਮ ਬੰਦੇ ਦਾ ਵੱਲੋਂ ਜਾ ਕੇ ਪ੍ਰਾਈਵੇਟ ਪੱਧਰ ਤੇ ਇਲਾਜ ਕਰਾਉਣਾ ਹਰ ਵਿਅਕਤੀ ਦੇ ਵੱਸ ਦੀ ਗੱਲ ਜਿਹੜੀ ਆ ਨਹੀਂ ਹੈਗੀ। ਤਾਂ ਇਹ ਕੇਂਦਰ ਸਰਕਾਰ ਦੀ ਇੱਕ ਅਜਿਹੀ ਯੋਜਨਾ ਸੀ ਕਿ ਜਿਹੜੀ ਆਮ ਲੋਕਾਂ ਦਾ ਜੀਵਨ ਜਿਹੜਾ ਹੈ ਉਹਨੂੰ ਸੁਖਾਵਾ ਕਰਨ ਵਾਲਾ ਸੀ ਕਿ ਕੋਈ ਵੀ ਵਿਅਕਤੀ ਦਵਾਈ ਜਾਂ ਇਲਾਜ ਖੋਲੋਂ ਇਸ ਧਰਤੀ ਤੋਂ ਆਪਣੀ ਕੀਮਤੀ ਜਾਨ ਤੋਂ ਹੱਥ ਨਾ ਧੋਵੇ। ਪਰ ਜੇਕਰ ਹੁਣ ਰਾਜ ਸਰਕਾਰ ਹੀ ਉਹਨਾਂ ਹਸਪਤਾਲਾਂ ਦੇ ਖਰਚੇ ਭੁਗਤਾਨ ਨਹੀਂ ਕਰੂਗੀ ਤਾਂ ਉਹਨਾਂ ਹਸਪਤਾਲਾਂ ਨੇ ਵੀ ਆਪਣਾ ਸਾਰਾ ਜਿਹੜਾ ਸਟਰਕਚਰ ਆ ਵੇਖਣਾ, ਕਈ ਕੁਝ ਉਹਨਾਂ ਤਨਖਾਹਾਂ ਦੇਣੀਆਂ, ਬਹੁਤ ਕੁਝ ਕਰਨਾ। ਤਾਂ ਇਹਦੇ ਸੰਬੰਧੀ ਪੰਜਾਬ ਸਰਕਾਰ ਦੇ ਉੱਤੇ ਸਵਾਲ ਜ਼ਰੂਰ ਖੜੇ ਹੁੰਦੇ ਆ, ਕਿਉਂਕਿ ਅਸੀਂ ਇਹ ਨਹੀਂ ਕਹਿ ਸਕਦੇ ਕਿ ਇਹ ਪਿਛਲੀ ਸਰਕਾਰ ਨੇ ਨਹੀਂ ਕੀਤਾ। ਸਰਕਾਰ ਜਿਹੜੀ ਸਰਕਾਰ ਆ, ਸਰਕਾਰ ਕਦੇ ਵੀ ਇੱਕ ਵੀ ਦਿਨ ਰਾਜ ਤੋਂ ਮੁਕਤ ਕੋਈ ਵੀ ਰਾਜ ਇੱਕ ਵੀ ਦਿਨ ਵਾਸਤੇ ਸਰਕਾਰ ਤੋਂ ਮੁਨਕਰ ਨਹੀਂ ਹੋ ਸਕਦਾ। ਦੇਖੋ, ਜੇਕਰ ਸਰਕਾਰ ਕੋਈ ਦਿਨ ਇਸ ਤਰ੍ਹਾਂ ਦਾ ਕਦੀ ਵੇਖਿਆ ਆਪਾਂ 30 ਜਾਂ 40 ਸਾਲਾਂ ਦੌਰਾਨ ਕਿ ਜਿੱਦਣ ਕਿਹਾ ਹੋਵੇ ਕਿ ਅੱਜ ਪੰਜਾਬ ਦਾ ਮੁੱਖ ਮੰਤਰੀ ਕੋਈ ਨਹੀਂ, ਅੱਜ ਪੰਜਾਬ ਦਾ ਮੰਤਰੀ ਕੋਈ ਨਹੀਂ, ਕਿਉਂਕਿ ਉਹ ਜਿਸ ਦਿਨ ਮੁੱਖ ਮੰਤਰੀ ਅਸਤੀਫਾ ਦਿੰਦਾ ਤਾਂ ਪੰਜਾਬ ਜਿਹੜੇ ਰਾਜਪਾਲ ਹੁੰਦਾ, ਗਵਰਨਰ ਹੁੰਦਾ, ਉਹ ਉਹਨਾਂ ਚਿਰ ਤੱਕ ਉਹਨਾਂ ਨੂੰ ਹੁਕਮ ਚਲਾਉਣ ਵਾਸਤੇ ਕਹਿ ਦਿੰਦਾ, ਰਾਜ ਸਰਕਾਰ ਚਲਾਉਣ ਵਾਸਤੇ ਹੁਕਮ ਦੇ ਦਿੰਦਾ ਕਿ ਜਿੰਨਾ ਚਿਰ ਨਵੀਂ ਸਰਕਾਰ ਸਹੁੰ ਨਹੀਂ ਚੁੱਕਦੀ। ਭਾਵ ਇੱਕ ਪਲ ਵੀ ਜਿਹੜਾ ਰਾਜ ਦਾ ਸੰਘਾਸਨ ਆ ਉਹ ਖਾਲੀ ਨਹੀਂ ਹੁੰਦਾ। ਤਾਂ ਫਿਰ ਇਸ ਕਰਕੇ ਇਹ ਜਿਹੜੀ ਜ਼ਿੰਮੇਵਾਰੀ ਹੈ ਅੱਜ ਦੀ ਤਰੀਕ 'ਚ ਆਮ ਆਦਮੀ ਪਾਰਟੀ ਦੀ ਆ। ਉਹ ਆਮ ਆਦਮੀ ਪਾਰਟੀ ਜਿਹੜੀ ਹਰ ਥਾਂ ਤੇ ਮੁਹੱਲਾ ਕਲੀਨਿਕਾਂ ਦੀ ਗੱਲ ਕਰ ਰਹੀ ਹੈ ਤਾਂ 15 ਅਗਸਤ ਨੂੰ ਕਹਿ ਰਹੀ ਹੈ ਕਿ ਅਸੀਂ ਸਾਰੇ ਪੰਜਾਬ ਦੇ ਵਿੱਚ ਪਹਿਲਾਂ ਅਸੀਂ ਖੋਲ੍ਹਣੇ, ਫਿਰ ਸਾਰੇ ਪੰਜਾਬ 'ਚ ਖੋਲ੍ਹਣੇ ਨੇ।
ਉਹ ਭਲਿਓ ਮਾਸੋ ਉਹ ਤਾਂ ਚਲੋ ਤੁਸੀਂ ਖੋਲਣੇ ਜਾਂ ਨਹੀਂ ਖੋਲਣੇ, ਪਰ ਦੂਜੇ ਪਾਸੇ ਜਿਹੜੀ ਇੱਕ ਤਗੜੀ ਇਮਦਾਦ ਸੀ, ਇੱਕ ਤਗੜੀ ਸਹਾਇਤਾ ਸੀ ਪੰਜਾਬ ਦੇ ਉਹਨਾਂ ਗਰੀਬ ਲੋਕਾਂ ਨੂੰ ਜਿਹੜੀ ਪੀਜੀਆਈ ਦੇ ਵਿੱਚ ਜਾਂ ਵੱਡਿਆਂ ਹਸਪਤਾਲਾਂ 'ਚ ਇਲਾਜ ਨਹੀਂ ਸੀ ਕਰਾ ਸਕਦੇ, ਪਰ ਪੀਜੀਆਈ ਦੇ ਵਿੱਚ ਜਾ ਕੇ ਉਹ ਮੁਫਤ ਇਲਾਜ ਕਰਾ ਲੈਂਦੇ ਸਨ। ਸਰਕਾਰ ਨੂੰ ਇਹ ਚਾਹੀਦਾ ਕਿ ਮਹੱਲਾ ਕਲੀਨਿਕਾਂ ਨੂੰ ਬੇਸ਼ੱਕ ਜੇ ਡਿਲੇ ਹੁੰਦਾ ਤਾਂ 2 ਜਾਂ 4 ਦਿਨ ਵਾਸਤੇ ਡਿਲੇ ਕਰ ਲਓ, ਪਰ ਜਿਹੜਾ ਪੀਜੀਆਈ ਪ੍ਰਸ਼ਾਸਨ ਦਾ ਜਿਹੜਾ ਹੈ ਜੋ ਭੁਗਤਾਨ ਹੈ ਸਰਕਾਰ ਵੱਲੋਂ ਜਿਹੜਾ ਕੀਤਾ ਜਾਣਾ ਉਹ ਕੀਤਾ ਜਾਵੇ, ਤਾਂ ਜੋ ਇਹ ਪੰਜਾਬ ਦੇ ਗਰੀਬ ਲੋੜਵੰਦ ਲੋਕ ਆਪਣੀਆਂ ਲੋੜਾਂ ਲੋੜਾਂ ਨੂੰ ਪੂਰੀਆਂ ਕਰ ਸਕਣ, ਆਪਣਾ ਇਲਾਜ ਕਰਾ ਸਕਣ ਤੇ ਇਲਾਜ ਉੱਥੋਂ ਕਿਤੇ ਆਪਣੀ ਦੁਖੀ ਆਪਣੀਆਂ ਜਾਨਾਂ ਜਿਹੜੀਆਂ ਨੇ ਉਹ ਨਾ ਦੇਣ। ਸਰਕਾਰ ਨੂੰ ਇਹ ਚਾਹੀਦਾ ਮਹੱਲਾ ਕਲੀਨਿਕ ਹੋ ਸਕਦਾ ਕਿ ਜਿਸ ਤਰ੍ਹਾਂ ਭਗਵੰਤ ਮਾਨ ਕਹਿੰਦੇ ਨਹੀਂ ਅਮਰੀਕਾ ਇਹਨਾਂ ਨੂੰ ਮੰਗ ਰਿਹਾ ਕਿ ਸਾਨੂੰ ਇਹਦਾ ਮਾਡਲ ਅਮਰੀਕਾ ਵਾਲਿਆਂ ਨੂੰ ਦੇ ਦਿਓ, ਠੀਕ ਆ, ਜਿਹਨੂੰ ਮਰਜ਼ੀ ਮਾਡਲ ਦੇ ਦਿਓ, ਪਰ ਇਹ ਪੰਜਾਬ ਦੇ ਲੱਖਾਂ ਲੋਕ ਜਿਹੜੇ ਨੇ ਜਿਹੜੇ ਉਸ ਯੋਜਨਾ ਦੇ ਤਹਿਤ ਆਪਣਾ ਇਲਾਜ ਕਰਾਉਂਦੇ ਸੀ ਉਹਨਾਂ ਤੇ ਤਰਸ ਕਰੇ ਸਰਕਾਰ, ਉਹਨਾਂ ਦਾ ਭੁਗਤਾਨ ਜੋ ਪੀਜੀਆਈ ਦਾ ਬਣਦਾ, ਜੋ ਗਵਰਨਮੈਂਟ ਕਾਲਜ ਦਾ ਸੈਕਟਰ 32 ਹਸਪਤਾਲ ਦਾ ਬਣਦਾ ਤੇ ਜੋ ਪੰਜਾਬ ਦੇ ਵੱਖ-ਵੱਖ ਹਸਪਤਾਲਾਂ ਦਾ ਬਣਦਾ, ਸਰਕਾਰ ਉਹਨਾਂ ਦਾ ਭੁਗਤਾਨ ਉਸ ਯੋਜਨਾ ਦੇ ਤਹਿਤ ਕਰੇ ਤਾਂ ਜੋ ਗਰੀਬ ਲੋਕ ਆਪਣਾ ਇਲਾਜ ਜਿਹੜਾ ਕਰਾ ਸਕਣ ਤੇ ਸੁੱਖ ਦਾ ਜਿਹੜਾ ਸਾਹ ਆ ਉਹ ਲੈ ਸਕਣ। ਬਿਲਕੁਲ ਸਰ, ਬਿਲਕੁਲ ਜੀ। ਸੋ ਇਸ ਨੂੰ ਲੈ ਕੇ ਸ਼ਾਇਦ ਭਗਵੰਤ ਸਿੰਘ ਮਾਨ ਵੀ ਹੁਣ ਥੋੜੇ ਜਿਹੇ ਐਕਟਿਵ ਨਜ਼ਰ ਆਏ ਨੇ। ਉਹਨਾਂ ਵੱਲੋਂ ਸਾਰੇ ਵਿਧਾਇਕਾਂ ਨੂੰ ਤਲਬ ਕੀਤਾ ਗਿਆ, ਚੰਡੀਗੜ੍ਹ ਮੀਟਿੰਗਾਂ ਦਾ ਸਿਲਸਿਲਾ ਚੱਲ ਰਿਹਾ। ਆਖਿਰ ਕੀ ਕਾਰਨ ਹੈ ਵੀ ਸਾਰੇ ਵਿਧਾਇਕ ਚਾਹੇ ਵੱਖ-ਵੱਖ ਮੀਟਿੰਗਾਂ ਉਹਨਾਂ ਨਾਲ ਨਹੀਂ ਆ ਰਹੀਆਂ, ਪਰ ਸਾਰੇ ਵਿਧਾਇਕਾਂ ਨੂੰ ਚੰਡੀਗੜ੍ਹ ਤਲਬ ਕੀਤਾ ਗਿਆ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੇ ਵੱਲੋਂ? ਕਾਰਨ ਕੀ ਰਹੇ ਨੇ? ਸਾਰੇ ਵਿਧਾਇਕ ਆਖਿਰ ਇੱਕੋ ਸਮੇਂ ਚੰਡੀਗੜ੍ਹ 'ਚ ਤਲਬ ਕਿਉਂ ਕੀਤੇ ਗਏ ਨੇ? ਲਖਵਿੰਦਰ ਜੀ, ਬਹੁਤ ਵਧੀਆ ਪ੍ਰਸ਼ਨ ਆ। ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ 4 ਮਹੀਨੇ ਦੇ ਕਰੀਬ ਸਮਾਂ ਜਿਹੜਾ ਹੋ ਚੱਲਿਆ ਜੀ, ਤੇ ਅੱਜ ਤੱਕ ਸਰਕਾਰ ਜਿਹੜੀ ਆ ਇਹ ਹਮੇਸ਼ਾ ਕਈਆਂ ਮੁੱਦਿਆਂ ਤੇ ਅਸੀਂ ਕਹਿ ਸਕਦੇ ਕਿ ਬੈਕਫੁੱਟ ਤੇ ਗਈ ਆ। ਉਹ ਬੈਕਫੁੱਟ ਤੇ ਜਾਣ ਦਾ ਜਿਹੜੇ ਕਾਰਨ ਨੇ ਉਹ ਕਈ ਵਾਰੀ ਅਸੀਂ ਕਹਿ ਸਕਦੇ ਅਮਨ ਕਾਨੂੰਨ ਦੀ ਸਥਿਤੀ ਵੀ ਹੋ ਸਕਦੀ ਆ, ਲੋਕਾਂ ਨਾਲ ਕੀਤੇ ਵਾਅਦੇ ਤੇ ਉਹਨਾਂ ਵਾਅਦਿਆਂ ਨੂੰ ਪੂਰਾ ਕਰਨ ਵਿੱਚ ਦੇਰੀ ਵੀ ਹੋ ਸਕਦਾ, ਤੇ ਇਹਦੇ ਨਾਲ ਹੀ ਨਾਲ ਜਿਹੜੇ ਆਮ ਆਦਮੀ ਪਾਰਟੀ ਦੇ ਨਵੇਂ ਜਿਹੜੇ ਚੁਣੇ ਗਏ ਵਿਧਾਇਕ ਨੇ ਉਹਨਾਂ ਦਾ ਜਿਹੜਾ ਕਾਰ ਵਿਹਾਰ ਆ ਜਾਂ ਵਤੀਰਾ, ਈਵਨ ਕਿ ਮੰਤਰੀਆਂ ਦਾ ਵਤੀਰਾ ਵੀ ਸਰਕਾਰ ਵਾਸਤੇ ਅਸੀਂ ਕਹਿ ਸਕਦੇ ਬਦਨਾਮੀ ਦਾ ਕਾਰਨ, ਜਿਹੜਾ ਕਿਰਕਰੀ ਦਾ ਕਾਰਨ ਬਣਦਾ ਪਿਆ ਆ। ਸੋ ਇਸ ਕਾਰਨ ਭਗਵੰਤ ਸਿੰਘ ਮਾਨ ਵੱਲੋਂ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਨੇ ਆਪਣੇ 91 ਵਿਧਾਇਕਾਂ ਦੀ ਜਿਹੜੀ ਕਲਾਸ ਆ ਉਹ ਅੱਜ ਚੰਡੀਗੜ੍ਹ ਵਿੱਚ ਲਗਾਈ ਗਈ ਆ। ਸਾਰੇ ਵਿਧਾਇਕਾਂ ਨੂੰ ਉੱਥੇ ਤਲਬ ਕੀਤਾ ਗਿਆ। ਜੋ ਜਾਣਕਾਰੀ ਸਾਡੇ ਤੱਕ ਪਹੁੰਚੀ ਹੈ ਉਹਦੇ ਵਿੱਚ ਹਰ ਵੱਖਰੇ ਵੱਖਰੇ ਤੌਰ ਤੇ ਭਗਵੰਤ ਸਿੰਘ ਮਾਨ ਵੱਲੋਂ ਜਿਹੜੀਆਂ ਮੀਟਿੰਗਾਂ ਨੇ ਇਹਨਾਂ ਵਿਧਾਇਕਾਂ ਨਾਲ ਕੀਤੀਆਂ ਜਾ ਰਹੀਆਂ, ਉਹਨਾਂ ਦੇ ਹਲਕੇ ਦੇ ਕੰਮਕਾਜ, ਉੱਥੇ ਚੱਲ ਰਹੇ ਪ੍ਰੋਜੈਕਟ, ਅਫਸਰਾਂ ਦਾ ਲੋਕਾਂ ਦੇ ਨਾਲ ਕਿਸ ਤਰੀਕੇ ਦਾ ਵਤੀਰਾ, ਇਹਦੇ ਸੰਬੰਧੀ ਜਾਣਕਾਰੀ ਇਕੱਤਰ ਕੀਤੀ ਜਾ ਰਹੀ ਆ। ਤੇ ਨਾਲ ਹੀ ਨਾਲ ਵਿਧਾਇਕਾਂ ਨੂੰ ਇਹ ਵੀ ਹਦਾਇਤਾਂ ਦਿੱਤੀਆਂ ਜਾ ਰਹੀਆਂ ਨੇ ਕਿ ਤੁਸੀਂ ਜਿਹੜੀ ਵੀ ਕੋਈ ਕੰਮ ਕਰਨਾ ਇੱਕ ਪ੍ਰੋਟੋਕੋਲ ਦੇ ਤਹਿਤ ਕਰਨਾ। ਪ੍ਰੋਟੋਕੋਲ ਤੋਂ ਭਾਵ ਕਿ ਜਿਸ ਵਿਅਕਤੀ ਨੂੰ ਤੁਸੀਂ ਮਿਲਣ ਜਾਂਦੇ ਜੀ ਉਸ ਵਿਅਕਤੀ ਦੇ ਡੈਜ਼ਿਗਨੇਸ਼ਨ, ਉਸ ਦੀ ਜਿਹੜੀ ਸਥਿਤੀ ਹੈ, ਉਸ ਤੇ ਮਾਨ ਮਰਿਆਦਾ ਦਾ ਪੂਰਾ ਧਿਆਨ ਰੱਖਣਾ ਤਾਂ ਜੋ ਜਦੋਂ ਉਸ ਦੇ ਢਾਡੇ ਵਤੀਰੇ ਕਾਰਨ ਉਸ ਨੂੰ ਕੋਈ ਠੇਸ ਨਾ ਪਹੁੰਚੇ ਤੇ ਬਿਨਾਂ ਕਿਸੇ ਗੱਲ ਤੋਂ ਵਿਰੋਧੀਆਂ ਨੂੰ ਇਸ ਮੁੱਦੇ ਨੂੰ ਉਠਾਉਣ ਦਾ ਮੌਕਾ ਨਾ ਮਿਲੇ। ਕਹਿਣ ਦਾ ਭਾਵ ਕਿ ਭਗਵੰਤ ਸਿੰਘ ਮਾਨ ਵੱਲੋਂ ਇਹ ਕਲਾਸ ਲਾ ਕੇ ਆਪਣੇ ਵਿਧਾਇਕਾਂ ਦੀ ਉਹਨਾਂ ਨੂੰ ਇਹ ਸੁਨੇਹਾ ਦਿੱਤਾ ਗਿਆ ਕਿ ਜੇਕਰ ਤੁਸੀਂ ਠੀਕ ਆਪਣੇ ਹਲਕੇ 'ਚ ਆਪਣੀ ਸਥਿਤੀ ਜਾਂ ਸਰਕਾਰ ਦੀ ਸਥਿਤੀ ਨੂੰ ਸੁਧਾਰਨਾ ਤਾਂ ਪਹਿਲਾਂ ਤੁਹਾਨੂੰ ਆਪਣਾ ਵਿਹਾਰ ਜਿਹੜਾ ਆ ਉਹ ਜਿਹੜੇ ਰਿਪਿਊਟਡ ਅਸੀਂ ਕਹਿ ਸਕਦੇ ਕਿ ਅਫਸਰਸ਼ਾਹੀ ਨਾਲ ਠੀਕ ਤਰੀਕੇ ਨਾਲ ਆਦਾਨ ਪ੍ਰਦਾਨ ਤੁਹਾਡਾ ਜਿਹੜਾ ਹੋਣਾ ਚਾਹੀਦਾ। ਔਰ ਦੂਜੇ ਪਾਸੇ ਜਿਹੜੇ ਪ੍ਰੋਜੈਕਟ ਚੱਲ ਰਹੇ ਨੇ ਸਰਕਾਰ ਵੱਲੋਂ ਜਿਹੜੇ ਸ਼ੁਰੂ ਕੀਤੇ ਨੇ, ਚਾਹੇ ਪਿਛਲੀ ਸਰਕਾਰ ਵੱਲੋਂ ਸ਼ੁਰੂ ਕੀਤੇ ਨੇ, ਉਹਨਾਂ ਦੀ ਪ੍ਰਗਤੀ ਰਿਪੋਰਟ ਜਿਹੜੀ ਉਹ ਕੀ ਹੈ, ਕਿਹੜੀਆਂ ਲੋੜਾਂ ਨੇ ਤੇ ਕੀ ਕੁਝ ਹੋ ਰਿਹਾ, ਉਹਨਾਂ ਦੀ ਰਿਪੋਰਟ ਸੰਬੰਧੀ ਜਾਂ ਉਹਨਾਂ ਦੀ ਜਾਂਚ ਉਹਦੇ ਵਾਸਤੇ ਜਿਹੜੀ ਇਹ ਉਹਨਾਂ ਦੀ ਜਿਹੜੀ ਮੀਟਿੰਗ ਆ ਜਿਹੜੀ ਸੱਦੀ ਗਈ ਹੈ। ਲਖਵਿੰਦਰ ਜੀ, ਇਸ ਦਾ ਪ੍ਰਭਾਵ ਇਹ ਵੀ ਦੇਣਾ ਕਿਉਂਕਿ ਆਉਂਦੇ ਦਿਨਾਂ 'ਚ ਹਿਮਾਚਲ ਤੇ ਗੁਜਰਾਤ ਦੇ ਵਿੱਚ ਚੋਣਾਂ ਜਿਹੜੀਆਂ ਹੋਣੀਆਂ ਨੇ ਤਾਂ ਸਰਕਾਰ ਇਹ ਪ੍ਰਭਾਵ ਦੇਣਾ ਚਾਹੁੰਦੀ ਹੈ ਕਿ ਜਿਸ ਤਰੀਕੇ ਨਾਲ ਬੀਤੇ 4 ਮਹੀਨਿਆਂ 'ਚ ਅਜੇ ਸਰਕਾਰ ਦੀ ਕਿਰਕਰੀ ਹੋਈ ਹੈ, ਬੈਕਫੁੱਟ ਤੇ ਗਈ ਹੈ, ਤਾਂ ਲੋਕਾਂ ਦੇ ਵਿੱਚ ਜਿਹੜਾ ਅਕਸ ਆ ਉਹ ਠੀਕ ਠਾਕ ਬਣਿਆ ਰਵੇ। ਤਾਂ ਇਸ ਅਕਸ ਦੇ ਆਧਾਰ ਤੇ ਹਿਮਾਚਲ ਪ੍ਰਦੇਸ਼ ਜਾਂ ਗੁਜਰਾਤ ਦੇ ਵਿੱਚ ਜਿਹੜੀ ਆਮ ਆਦਮੀ ਪਾਰਟੀ ਆ ਇੱਕ ਚੰਗਾ ਪ੍ਰਦਰਸ਼ਨ ਕਰ ਸਕੇ। ਇਸ ਕਾਰਨ ਇਹਨਾਂ ਵਿਧਾਇਕਾਂ ਦੀਆਂ ਜਿਹੜੀਆਂ ਮੀਟਿੰਗਾਂ ਨੇ ਚੰਡੀਗੜ੍ਹ ਦੇ ਵਿੱਚ ਕੀਤੀਆਂ ਜਾ ਰਹੀਆਂ ਨੇ ਉਹਨਾਂ ਨੂੰ ਉੱਥੇ ਤਲਬ ਕਰਕੇ ਬਾਕੀ
ਇਹ ਵੀ ਪਤਾ ਲੱਗਾ ਕਿ ਜਿਹੜੇ ਮੰਤਰੀ ਨੇ ਉਹਨਾਂ ਨੂੰ ਵੀ ਖਾਸ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਤਾਂ ਜੋ ਲੋਕਾਂ ਦੇ ਵਿੱਚ ਤੁਹਾਡੀ ਇਹ ਪਲ ਬਣ ਸਕੇ ਕਿ ਤੁਹਾਡਾ ਲੋਕਾਂ ਦੇ ਨਾਲ ਜਿਹੜਾ ਮੇਲ ਜੋਲ ਆ ਜਾਂ ਲੋਕਾਂ ਨਾਲ ਤੁਹਾਡਾ ਵਤੀਰਾ ਆ ਉਹ ਕਿਸੇ ਹੰਕਾਰੇ ਹੋਏ ਵਿਅਕਤੀ ਵਾਲਾ ਨਹੀਂ ਬਲਕਿ ਆਮ ਆਦਮੀ ਪਾਰਟੀ ਵਾਲਾ ਹੀ ਆ। ਇਹ ਹਦਾਇਤਾਂ ਸਾਫ਼ ਤੌਰ ਤੇ ਦਿੱਤੀਆਂ ਗਈਆਂ ਕਿ ਜਦੋਂ ਤੁਹਾਨੂੰ ਉਹ ਲੋਕ ਮਿਲਦੇ ਆ ਉਹਨਾਂ ਨੂੰ ਇਸ ਤਰ੍ਹਾਂ ਲੱਗੇ ਕਿ ਉਹ ਤੁਸੀਂ ਉਹਨਾਂ ਵਿੱਚੋਂ ਹੀ ਜੇ, ਤੁਸੀਂ ਉਹਨਾਂ ਵਰਗੇ ਹੀ ਜੇ, ਤਾਂ ਜੋ ਲੋਕਾਂ 'ਚ ਪ੍ਰਭਾਵ ਜਿਹੜਾ ਤੁਹਾਡਾ ਚੰਗਾ ਬਣਿਆ ਰਹੇ। ਬਿਲਕੁਲ ਸਰ, ਬਿਲਕੁਲ ਜੀ। ਸੋ ਤਲਬ ਕੀਤੇ ਗਏ ਨੇ, ਸੋ ਇੰਸਟਰਕਸ਼ਨਸ ਮਿਲਣਗੀਆਂ ਕਿਉਂਕਿ ਕਿਰਕਰੀ ਜਿਵੇਂ ਤੁਸੀਂ ਪਹਿਲਾਂ ਕਿਹਾ ਪਿਛਲੇ 3-4 ਮਹੀਨੇ ਵਿੱਚ ਕਾਫੀ ਜ਼ਿਆਦਾ ਹੋਈ ਹੈ, ਸਰਕਾਰ ਦੀ ਬੈਕਫੁੱਟ ਤੇ ਦਿਖਦੀ ਨਜ਼ਰ ਆਈ ਸੀ। ਸੋ ਸਰ ਤੁਸੀਂ ਗੱਲਬਾਤ ਕਰਨੀ ਸਾਡੇ ਨਾਲ ਜੁੜੇ ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਸ਼ੁਕਰੀਆ ਲਖਵਿੰਦਰ ਜੀ। ਸੋ ਇਹ ਸਨ ਪ੍ਰੋਫੈਸਰ ਮਨਜੀਤ ਅਣਖੀ ਜੀ, ਜਿਨ੍ਹਾਂ ਦੇ ਵੱਲੋਂ ਅੱਜ ਦੇ ਇਹਨਾਂ ਅਹਿਮ ਖਬਰਾਂ ਦੇ ਉੱਪਰ ਵਿਸਥਾਰ ਦੇ ਨਾਲ ਚਰਚਾ ਕੀਤੀ ਗਈ। ਤੁਹਾਨੂੰ ਚਰਚਾ ਕਿਵੇਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ। ਅਗਲੇ ਪ੍ਰੋਗਰਾਮ ਵਿੱਚ ਫਿਰ ਤੋਂ ਹੋਏਗੀ ਮੁਲਾਕਾਤ। ਉਦੋਂ ਤੱਕ ਦਿਓ ਇਜਾਜ਼ਤ। ਧੰਨਵਾਦ।